Hello students, I am going to start my history class from World History and chapter 1. Today my topic is impact of Renaissance in different fields. यानी कि ਪੁਨਰ ਜਾਗਰਣ ਦੇ ਕਿਹੜੇ-ਕਿਹੜੇ ਖੇਤਰਾਂ ਵਿੱਚ ਪ੍ਰਭਾਵ ਪਏ। ਇਸ ਤੋਂ ਪਹਿਲਾਂ ਅਸੀਂ ਜਾਣਕਾਰੀ ਹਾਸਿਲ ਕਰ ਚੁੱਕੇ ਹਾਂ ਕਿ ਪੁਨਰ ਜਾਗਰਣ ਦਾ ਮੀਨਿੰਗ ਕੀ ਹੈ ਤੇ ਸਭ ਤੋਂ ਪਹਿਲਾਂ ਇਹਦੀ ਸ਼ੁਰੂਆਤ ਕਿੱਥੇ ਹੋਈ ਸੀ ਤੇ ਉਸ ਤੋਂ ਬਾਅਦ ਯੂਰਪ ਦੀ ਕਿਹੜੀ-ਕਿਹੜੀ ਕੰਟਰੀਜ਼ ਦੇ ਵਿੱਚ ਪੁਨਰ ਜਾਗਰਣ ਜਿਹੜਾ ਸੀ ਉਹ ਫੈਲਿਆ ਤੇ ਅੱਜ ਅਸੀਂ ਕਰਾਂਗੇ ਕਿ ਪੁਨਰ ਜਾਗਰਣ ਦੇ ਕਿਹੜੇ-ਕਿਹੜੇ ਖੇਤਰ ਵਿੱਚ ਪ੍ਰਭਾਵ ਪਏ। ਪੁਨਰ ਜਾਗਰਣ ਜਿਹੜਾ ਜਿਸ ਨੂੰ ਵਿਸ਼ਵ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਅੰਦੋਲਨ ਮੰਨਿਆ ਜਾਂਦਾ ਔਰ ਇਸ ਨੇ ਲੋਕਾਂ ਦੇ ਸਮਾਜਿਕ ਤੇ ਧਾਰਮਿਕ ਜੀਵਨ ਦੇ ਵਿੱਚ ਕਾਫੀ ਪ੍ਰਭਾਵ ਪਾਇਆ। सांस्कृतिक जीवन ਨੂੰ भी प्रभावित किया, आर्थिक खेत्र ਦੇ ਵਿੱਚ भी बहुत प्रभाव पाया ਤੇ राजनीति ਨੂੰ भी बहुत ज़्यादा प्रभावित किया। सो कहने का मतलब आ कि इसने लोगों की सोच ਤੇ दृष्टिकोण ਦੇ ਵਿੱਚ काफ़ी ज़्यादा परिवर्तन ਜਿਹੜਾ ਸੀ ਉਹ ਕੀਤਾ। सो इस तरह ਦੇ ਨਾਲ ਪੁਰਾਣੀਆਂ ਮੱਧਯੁੱਗ ਦੀਆਂ ਜਿਹੜੀਆਂ ਸੰਸਥਾਵਾਂ ਚੱਲ ਰਹੀਆਂ ਸੀ, ਜਿਹੜੇ ਵਿਚਾਰ ਚੱਲ ਰਹੇ ਸੀ, ਉਹਨਾਂ ਦਾ ਪਤਨ ਹੋ ਗਿਆ और उन्होंने जगह ते व्यक्तिवाद, शंकावाद ते विज्ञान उत्ते आधारित एक नवी संस्कृति की शुरुआत जिहड़ी सी हो चुकी सी। सो सब तो पहला असीं पहले टॉपिक नूं लैंदे हां समाजिक ते धार्मिक जीवन दे उत्ते पुनर्जागरण दा जिहड़ा सी ओह की प्रभाव पिया। सो वैरी फर्स्ट पॉइंट इज़ जिग्यासा दी भावना। पुनर्जागरण दी आधुनिक संसार नूं सब तो वड्डी देन है कि लोकां दे विच जिग्यासा दी भावना जिहड़ी सी ओह पैदा हो गई, विग्यानिक दृष्टिकोण पैदा हो गया। इस तो पहला लोग जिहड़े सी ओह अंध विश्वास विच फसे हुए सी, तरह तरह के वहम जिहड़े सी उन्हां विच चल रहे सी और उन्हां दी सोचण दी कंडीशन इदां दी सी कि हर एक परंपरा, रीति रिवाज ते प्रथा नूं अन्नेवाह ही स्वीकार कर लैंदे सी। लेकिन हुण नवें ਸਾਹਿਤ ਨੂੰ पढ़ के नवें विचारां नूं ग्रहण करके उन्हां दे विच नवां ਗਿਆਨ ਤੇ ਨਵੇਂ ਵਿਚਾਰਾਂ ਦਾ ਪ੍ਰਸਾਰ ਹੋਇਆ, जिस दे नाल लोकां दे सोचण दा नज़रिया चेंज होया, लोकां दे दृष्टिकोण विच क्रांतिकारी परिवर्तन जिहड़ा सी ओह आ गया। हुण उन्हां ने जिन्ने भी पुराने अंध विश्वास सी, वहम भरम सी, पुराणियां प्रथावां सी, उन्हां दा त्याग करना शुरू कर दिता और कोई भी विचार हुंदा सी, कोई परंपरा हुंदी सी, उस नूं तर्क दी कसौटी उत्ते परखना शुरू करता ते लोकां दे विच वध तों वध ज्ञान प्राप्त करन ते नवें विचार अपनाउण दी इच्छा जिहड़ी सी ओह पैदा हो गई। सो ਇਹਦਾ ਇਹ ਸਿੱਟਾ ਸੀ ਕਿ ਨਵੀਆਂ ਖੋਜਾਂ ਹੋਣੀਆਂ ਸ਼ੁਰੂ ਹੋ ਗਈਆਂ, ਨਵੇਂ ਜਿਹੜੇ ਸੀ ਉਹ ਆਵਿਸ਼ਕਾਰ ਹੋਣੇ ਸ਼ੁਰੂ ਹੋ ਗਏ, ਜਿਨ੍ਹਾਂ ਨੇ ਬਾਅਦ ਵਿੱਚ ਲੋਕਾਂ ਦੇ ਜੀਵਨ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਲੈ ਕੇ ਆਂਦਾ। ਸੈਕਿੰਡ ਪੁਆਇੰਟ ਹੈ ਮਾਨਵਵਾਦ ਦੀ ਭਾਵਨਾ। ਪੁਨਰ ਜਾਗਰਣ ਦੀ ਦੂਸਰੀ ਇੰਪੋਰਟੈਂਟ ਦੇਣ ਆ ਜਿਹੜੀ ਉਹ ਮਾਨਵਵਾਦ ਹੈ। ਮਾਨਵਵਾਦ ਦਾ ਕੀ ਮਤਲਬ ਆ ਕਿ ਮਨੁੱਖੀ ਜੀਵਨ ਦੇ ਵਿੱਚ ਰੁਚੀ ਰੱਖਣਾ, ਮਨੁੱਖੀ ਸਮੱਸਿਆਵਾਂ ਦਾ ਆਦਰ ਕਰਨਾ, ਮਨੁੱਖੀ ਜੀਵਨ ਦੇ ਇੰਪੋਰਟੈਂਸ ਨੂੰ ਸਵੀਕਾਰ ਕਰਨਾ ਤੇ ਮਨੁੱਖ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਦੀ ਹਰ ਕੋਸ਼ਿਸ਼ ਕਰਨੀ। ਸੋ ਇਸ ਕਾਲ ਦੇ ਜਿੰਨੇ ਵੀ ਸਾਹਿਤਕਾਰ ਹੋਏ ਆ, ਵਿਦਵਾਨ ਹੋਏ ਆ, ਉਹਨਾਂ ਦਾ ਸਾਰਾ ਜ਼ੋਰ ਜਿਹੜਾ ਸੀ ਉਹ ਇਸੇ ਗੱਲ 'ਤੇ ਸੀਗਾ ਕਿ ਮਨੁੱਖ ਦਾ ਜੀਵਨ ਜਿਹੜਾ ਆ ਉਹ ਪੁਰਾਣੇ ਜਾਂ ਭਵਿੱਖ ਵੱਲ ਧਿਆਨ ਦੇਣ ਦੀ ਬਜਾਏ ਵਰਤਮਾਨ ਦਾ ਜੀਵਨ ਜਿਹੜਾ ਆ ਉਸ ਵੱਲ ਜ਼ਿਆਦਾ ਧਿਆਨ ਦਿੱਤਾ ਜਾਣਾ ਚਾਹੀਦਾ ਆ। ਮਨੁੱਖੀ ਜੀਵਨ ਦੇ ਕਲਿਆਣ ਤੇ ਸੁੱਖ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਵੇ और उन्हां दा मनना सी कि मनुख दे जीवन उपर या मनुखी जीवन उपर धर्म दीयां जिन्नियां भी पाबंदियां उन्हां सारियां नूं खत्म किया जाए। मतलब कि मनुख दे उत्ते धर्म वल्लों जिन्ने भी नजायज़ पाबंदियां लगाईयां गईयां उन्हां पाबंदियां नूं हटाया जाए ते मनुख नूं व्यक्तिगत तौर ते सुतंत्र बनाया जाए। इस टाइम दे 3 वड्डे विद्वान होए आ जां ਸਾਹਿਤਕਾਰ होए आ जिन्हां ने मानववाद नूं ਵਧਾਉਣ ਦੇ ਵਿੱਚ योगदान पाया। मतलब कि ਮਨੁੱਖੀ ਜੀਵਨ ਨੂੰ ਸੁਖੀ, ਖੁਸ਼ਹਾਲ ਤੇ ਆਨੰਦਮਈ ਬਣਾਉਣ ਦੇ ਉੱਤੇ ਜਿਨ੍ਹਾਂ ਸਾਹਿਤਕਾਰਾਂ ਨੇ ਜ਼ਿਆਦਾ ਜ਼ੋਰ ਦਿੱਤਾ ਉਹਨਾਂ ਵਿੱਚੋਂ 3 ਦੇ ਨਾਮ ਹੈ ਪੀਟਰਾਰਕ, ਦਾਂਤੇ ਤੇ ਇਰਾਸਮਸ। ਸੋ ਥਰਡ ਪੁਆਇੰਟ ਇਜ਼ ਇਸਤਰੀਆਂ ਦੀ ਸਥਿਤੀ ਵਿੱਚ ਸੁਧਾਰ। ਯੂਰਪ ਦੇ ਵਿੱਚ ਮੱਧਕਾਲ ਦੇ ਵਿੱਚ ਔਰਤਾਂ ਦੀ ਸਥਿਤੀ ਜਿਹੜੀ ਸੀ ਉਹ ਬਹੁਤ ਜ਼ਿਆਦਾ ਖਰਾਬ ਸੀ, ਲੇਕਿਨ ਪੁਨਰ ਜਾਗਰਣ ਆਉਣ ਦੇ ਨਾਲ ਕੀ ਹੋਇਆ ਕਿ ਔਰਤਾਂ ਦੀ ਕੰਡੀਸ਼ਨ ਵਿੱਚ ਸੁਧਾਰ ਹੋ ਗਿਆ। ਔਰਤਾਂ ਨੂੰ ਸਮਾਜ ਵਿੱਚ ਮਰਦ ਦੇ ਬਰਾਬਰ ਜਿਹੜਾ ਸੀ ਉਹ ਸਥਾਨ ਮਿਲਣਾ ਸ਼ੁਰੂ ਹੋ ਗਿਆ। ਪਹਿਲਾਂ ਔਰਤਾਂ ਨੂੰ ਐਜੂਕੇਸ਼ਨ ਹਾਸਲ ਕਰਨ ਦੀ ਕੋਈ ਪਰਮਿਸ਼ਨ ਨਹੀਂ ਸੀ, ਲੇਕਿਨ ਹੁਣ ਉਹਨਾਂ ਨੂੰ ਸਿੱਖਿਆ ਪ੍ਰਾਪਤ ਕਰਨ ਤੇ ਸਾਹਿਤ ਦਾ ਅਧਿਐਨ ਕਰਨ ਦੀ ਪਰਮਿਸ਼ਨ ਮਿਲ ਗਈ। ਹੁਣ ਉਹਨਾਂ ਨੇ ਸਕੂਲ, ਕਾਲਜਿਸ ਦੇ ਵਿੱਚ ਜਾਣਾ ਸਟਾਰਟ ਕਰ ਦਿੱਤਾ, ਜਿਸ ਕਰਕੇ ਔਰਤਾਂ ਨੇ ਹੁਣ ਅੱਗੇ ਵੱਧ ਕੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਜੀਵਨ ਦੇ ਵਿੱਚ ਵੀ ਹਿੱਸਾ ਲੈਣਾ ਸ਼ੁਰੂ ਕਰਤਾ।
ਉਸ ਟਾਈਮ ਦੀਆਂ ਕੁਝ ਇਸਤਰੀਆਂ ਜਿਹੜੀਆਂ ਕਿ ਪੜ੍ਹ ਲਿਖ ਕੇ ਬਹੁਤ ਜ਼ਿਆਦਾ ਵਿਦਵਾਨ ਅਤੇ ਕਵਿੱਤਰੀਆਂ ਬਣ ਗਈਆਂ, ਉਹਨਾਂ ਦੇ ਨਾਮ ਨੇ, ਥੋੜ੍ਹੀਆਂ ਜਿਹੀਆਂ ਲੇਡੀਜ਼ ਦੇ ਨਾਮ ਮੈਂ ਲਊਂਗੀ। ਕੈਸੈਂਡਰਾ ਫੇਡਰਲੀ, ਕੋਸਟੈਂਜ਼ਾ ਵਰੈਨੋ, ਗੈਂਬਰਾ ਅਤੇ ਵਿਟੋਰੀਆ ਕੈਲੋਨਾ। ਇਹ ਉਸ ਟਾਈਮ ਦੀਆਂ ਬਹੁਤ ਮਹਾਨ ਵਿਦਵਾਨ ਅਤੇ ਕਵਿੱਤਰੀਆਂ ਹੋਈਆਂ ਆ, ਜਿਨ੍ਹਾਂ ਨੇ ਕਿ ਦੂਸਰੀਆਂ ਔਰਤਾਂ ਨੂੰ ਵੀ ਅੱਗੇ ਪੜ੍ਹਨ ਲਈ ਪ੍ਰੇਰਿਤ ਕੀਤਾ। ਇਹਦੇ ਨਾਲ ਹੀ ਔਰਤਾਂ ਦੇ ਪਹਿਰਾਵੇ ਵਿੱਚ ਵੀ ਚੇਂਜ ਆ ਗਿਆ, ਆਪਣੇ ਆਪ ਨੂੰ ਉਹਨਾਂ ਨੇ ਸਜਾਉਣਾ ਸ਼ੁਰੂ ਕਰ ਦਿੱਤਾ। ਸ਼ਿਸ਼ਟਾਚਾਰ ਵਿੱਚ ਬਹੁਤ ਜ਼ਿਆਦਾ ਤਬਦੀਲੀ ਲੈ ਆਂਦੀ। ਪਹਿਰਾਵੇ ਵਿੱਚ ਉਹਨਾਂ ਨੇ ਸੋਹਣੇ ਸੋਹਣੇ ਕੱਪੜੇ, ਸ਼ਨੀਲ, ਰੇਸ਼ਮ ਅਤੇ ਫਰ ਦੇ ਕੱਪੜੇ ਪਹਿਨਣੇ ਸ਼ੁਰੂ ਕਰਤੇ। ਵਾਲਾਂ ਨੂੰ ਰੰਗਣਾ ਸ਼ੁਰੂ ਕਰ ਦਿੱਤਾ, ਨਕਲੀ ਵਿਗ ਲਗਾਉਣੀ ਸ਼ੁਰੂ ਕਰਤੀ, ਔਰ ਕਈ ਤਰ੍ਹਾਂ ਦੇ ਪਰਫਿਊਮ ਜਿਹੜੇ ਸੀ ਯੂਜ਼ ਕਰਨੇ ਸ਼ੁਰੂ ਕਰਤੇ। ਇਸ ਤੋਂ ਇਲਾਵਾ ਹਾਰ ਸ਼ਿੰਗਾਰ ਦੇ ਸਮਾਨ ਦੀ ਜਿਹੜੀ ਸੀ ਇਹਨਾਂ ਨੇ ਵਰਤੋਂ ਕਰਨੀ ਸ਼ੁਰੂ ਕਰਤੀ। ਅਤੇ ਇੱਥੋਂ ਤੱਕ ਕਿ ਜਿਹੜੇ ਬਹੁਤ ਸਾਰੇ ਸਾਹਿਤਕਾਰ ਸੀ, ਉਹਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਅਤੇ ਕਲਾਕਾਰਾਂ ਨੇ ਆਪਣੀਆਂ ਕਲਾਕ੍ਰਿਤੀਆਂ ਦੇ ਵਿੱਚ ਔਰਤਾਂ ਨੂੰ ਜਿਹੜਾ ਸੀ ਉਹ ਮੁੱਖ ਵਿਸ਼ਾ ਬਣਾ ਲਿਆ। ਸੋ ਆਵਰ ਨੈਕਸਟ ਪੁਆਇੰਟ ਇਜ਼ ਆਚਾਰ ਵਿਵਹਾਰ ਅਤੇ ਸ਼ਿਸ਼ਟਾਚਾਰ ਦੇ ਨਿਯਮਾਂ ਵਿੱਚ ਪਰਿਵਰਤਨ। ਪੁਨਰ ਜਾਗਰਣ ਕਾਲ ਦੇ ਵਿੱਚ ਆਚਾਰ ਵਿਵਹਾਰ ਦੇ ਨਿਯਮਾਂ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ। 15ਵੀਂ ਸਦੀ ਵਿੱਚ ਸਭ ਤੋਂ ਪਹਿਲਾਂ ਇਟਲੀ ਦੇ ਵਿੱਚ ਟੇਬਲ ਦੇ ਦੁਆਲੇ ਬੈਠ ਕੇ, ਜਾਣੀ ਮੇਜ਼ ਦੇ ਦੁਆਲੇ ਬੈਠ ਕੇ ਭੋਜਨ ਕਰਨ ਦੇ ਨਵੇਂ ਮੈਨਰ ਜਿਹੜੇ ਸੀ ਉਹ ਸ਼ੁਰੂ ਹੋ ਗਏ। ਹੁਣ ਹੱਥਾਂ ਨਾਲ ਖਾਣਾ ਖਾਣ ਦੀ ਬਜਾਏ ਚਾਕੂ, ਕਾਂਟੇ ਅਤੇ ਚਮਚਿਆਂ ਦੀ ਵਰਤੋਂ ਹੋਣ ਲੱਗ ਗਈ। ਚਮਚੇ ਜਿਹੜੇ ਸੀ ਉਹ ਆਮ ਤੌਰ 'ਤੇ ਬਰਤਨ ਵੀ ਪਿੱਤਲ ਅਤੇ ਕਈ ਵਾਰ ਚਾਂਦੀ ਦੇ ਹੁੰਦੇ ਸੀਗੇ। ਭੋਜਨ ਨੂੰ ਹੋਰ ਜ਼ਿਆਦਾ ਸਵਾਦ ਬਣਾਉਣ ਵਾਸਤੇ ਉਹਨਾਂ ਵਿੱਚ ਗਰਮ ਮਸਾਲੇ ਪਾਏ ਜਾਣ ਲੱਗ ਪਏ। ਹੌਲੀ ਹੌਲੀ ਇਹ ਸਲੀਕਾ ਜਿਹੜਾ ਸੀ ਦੂਸਰੇ ਯੂਰਪੀ ਦੇਸ਼ਾਂ ਦੇ ਵਿੱਚ ਵੀ ਫੈਲ ਗਿਆ। ਪੁਨਰ ਜਾਗਰਣ ਕਾਲ ਵਿੱਚ ਗੱਲਬਾਤ ਕਰਨ ਸੰਬੰਧੀ ਵੀ ਕਾਫੀ ਜ਼ਿਆਦਾ ਸ਼ਿਸ਼ਟਾਚਾਰ ਦੇ ਨਿਯਮ ਜਿਹੜੇ ਸੀ ਉਹ ਸ਼ੁਰੂ ਹੋ ਗਏ। ਅਤੇ ਉਹ ਵਾਲੇ ਨਿਯਮ ਜਿਹੜੇ ਕਿ ਰੋਮ ਅਤੇ ਯੂਨਾਨ ਵਿੱਚ ਕਦੇ ਪ੍ਰਚਲਿਤ ਸੀ, ਹੁਣ ਯੂਰਪੀ ਦੇਸ਼ਾਂ ਦੇ ਵਿੱਚ ਵੀ ਵਿਕਸਿਤ ਹੋਣੇ ਸ਼ੁਰੂ ਹੋ ਗਏ। ਵੱਡੇ ਵੱਡੇ ਕੁਲੀਨ, ਉਹਨਾਂ ਦੀਆਂ ਪਤਨੀਆਂ, ਕਵੀ, ਫਿਲਾਸਫਰ, ਸੈਨਿਕ ਅਧਿਕਾਰੀ, ਵਿਦਵਾਨ, ਕਲਾਕਾਰ, ਸੰਗੀਤਕਾਰ ਆਪਸ ਵਿੱਚ ਬਹੁਤ ਵਧੀਆ ਢੰਗ ਨਾਲ ਵਿਚਾਰ ਵਟਾਂਦਰਾ ਕਰਨ ਲੱਗ ਪਏ। ਬਹੁਤ ਸੋਹਣੀ ਗੱਲਬਾਤ ਜਿਹੜੀ ਸੀ ਉਹ ਕਰਨ ਲੱਗ ਪਏ। ਮਤਲਬ ਕਿ ਗੱਲਬਾਤ ਨੂੰ ਨਿਮਰਤਾ, ਸੁਸ਼ੀਲਤਾ, ਸ਼ਿਸ਼ਟਤਾ ਅਤੇ ਸਿਆਣਪ ਦੇ ਨਾਲ ਜਿਹੜੀ ਸੀ ਉਹ ਗੱਲਬਾਤ ਕਰਨ ਦੀ ਨਵੀਂ ਰੀਤ ਦੀ ਜਿਹੜੀ ਸੀ ਉਹ ਸ਼ੁਰੂਆਤ ਹੋ ਗਈ। ਨੈਕਸਟ ਪੁਆਇੰਟ ਇਜ਼ ਨੈਤਿਕਤਾ ਦਾ ਪਤਨ। ਪੁਨਰ ਜਾਗਰਣ ਦਾ ਇੱਕ ਮਾੜਾ ਪ੍ਰਭਾਵ ਇਹ ਪਿਆ ਕਿ ਇਸ ਟਾਈਮ ਦੇ ਵਿੱਚ ਨੈਤਿਕਤਾ ਦੇ ਪ੍ਰਤੀ ਜਿਹੜੇ ਸੀ ਉਹ ਲੋਕ ਬੇਪਰਵਾਹ ਹੋ ਗਏ। ਪਹਿਲਾਂ ਕੀ ਸੀ ਕਿ ਧਰਮ ਦਾ ਪ੍ਰਭਾਵ ਜ਼ਿਆਦਾ ਸੀ, ਲੋਕ ਧਾਰਮਿਕ ਵਿਚਾਰਾਂ ਵਾਲੇ ਹੁੰਦੇ ਸੀ, ਨੈਤਿਕ ਸਿਧਾਂਤਾਂ ਦੀ ਪਾਲਣਾ ਕਰਨਾ ਆਪਣਾ ਫਰਜ਼ ਸਮਝਦੇ ਸੀ। ਲੇਕਿਨ ਪੁਨਰ ਜਾਗਰਣ ਦੇ ਕਰਕੇ ਲੋਕ ਜਿਹੜੇ ਸੀ ਹੁਣ ਭੌਤਿਕਵਾਦੀ ਬਣ ਗਏ। ਉਹਨਾਂ ਨੇ ਜ਼ਿਆਦਾ ਤੋਂ ਜ਼ਿਆਦਾ ਧਨ ਇਕੱਠਾ ਕਰਨ ਵਾਲਾ ਆਪਣਾ ਧਿਆਨ ਲਗਾ ਲਿਆ। ਐਸ਼ੋ ਆਰਾਮ ਦਾ ਜੀਵਨ ਬਤੀਤ ਕਰਨ ਲੱਗ ਪਏ। ਖਾਸ ਤੌਰ 'ਤੇ ਜਿਹੜੇ ਵਪਾਰੀ, ਦੁਕਾਨਦਾਰ ਜਾਇਜ਼ ਨਜਾਇਜ਼ ਢੰਗਾਂ ਨਾਲ ਪੈਸਾ ਕਮਾਉਣ ਦੀ ਕੋਸ਼ਿਸ਼ ਜਿਹੜੀ ਸੀ ਉਹ ਕਰਨ ਲੱਗ ਪਏ। ਇੱਥੋਂ ਤੱਕ ਕਿ ਜ਼ਿਆਦਾ ਪੈਸਾ ਕਮਾਉਣ ਲਈ ਉਹ ਦੂਸਰਿਆਂ ਨੂੰ ਧੋਖਾ ਦੇਣ ਤੋਂ ਵੀ ਪਿੱਛੇ ਨਹੀਂ ਸੀ ਹਟਦੇ। ਸਰਕਾਰੀ ਕਰਮਚਾਰੀਆਂ ਦੇ ਵਿੱਚ ਵੀ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਵੱਧ ਗਿਆ ਸੀ। ਔਰ ਉਸ ਟਾਈਮ ਦੇ ਉੱਤੇ ਮੈਕਿਆਵਲੀ ਨਾਮ ਦਾ ਇੱਕ ਵਿਦਵਾਨ ਹੋਇਆ, ਜਿਨ੍ਹਾਂ ਨੇ ਆਪਣੀ ਕਿਤਾਬ ਪ੍ਰਿੰਸ ਲਿਖੀ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਲਿਖੀ ਸੀ ਕਿ ਰਾਜਿਆਂ ਨੂੰ ਆਪਣੀ ਸ਼ਕਤੀ ਵਧਾਉਣ ਵਾਸਤੇ ਦੂਜੇ ਮੁਲਕਾਂ ਦੇ ਉੱਤੇ ਜਾਂ ਦੂਸਰੇ ਸਟੇਟਸ ਦੇ ਉੱਤੇ ਕਬਜ਼ਾ ਕਰਨ ਵਾਸਤੇ ਨਜਾਇਜ਼ ਢੰਗਾਂ ਦੀ ਵਰਤੋਂ ਵੀ ਜਿਹੜੀ ਉਹ ਕਰ ਲੈਣੀ ਚਾਹੀਦੀ ਆ। ਸੋ ਇਸ ਗੱਲ ਨੂੰ, ਗਲਤ ਗੱਲ ਨੂੰ ਵੀ ਜਾਇਜ਼ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ ਸੀ। ਇਸ ਕਰਕੇ ਇਸ ਟਾਈਮ ਦੇ ਰਾਜੇ ਜਿਹੜੇ ਸੀ ਦੂਜੇ ਇਲਾਕਿਆਂ ਨੂੰ ਜਿੱਤਣ ਅਤੇ ਧਨ ਇਕੱਠਾ ਕਰਨ ਵੱਲ ਅਕਸਰ ਆਪਣੇ ਸਾਥੀਆਂ ਨੂੰ ਧੋਖਾ ਦੇ ਜਾਂਦੇ ਸੀ ਅਤੇ ਘਟੀਆ ਕਿਸਮਾਂ ਦੀ ਚਾਲਾਂ ਚੱਲਦੇ ਸੀ। ਇਸ ਟਾਈਮ ਦੇ ਵਿੱਚ ਚੋਰੀਆਂ, ਡਾਕੇ ਅਤੇ ਕਤਲ ਵੀ ਬਹੁਤ ਜ਼ਿਆਦਾ ਵੱਧ ਗਏ ਸੀ। ਸੋ ਨੈਕਸਟ ਪੁਆਇੰਟ ਇਜ਼ ਚਰਚ ਦੀ ਮਹੱਤਤਾ ਦਾ ਘਟਣਾ। ਪੁਨਰ ਜਾਗਰਣ ਦਾ ਕਰਕੇ ਚਰਚ ਦੀ ਪ੍ਰਤਿਸ਼ਠਾ ਜਾਂ ਉਹਦੀ ਇੰਪੋਰਟੈਂਸ ਜਿਹੜੀ ਸੀ ਬਹੁਤ ਜ਼ਿਆਦਾ ਘਟਣੀ ਸ਼ੁਰੂ ਹੋ ਗਈ, ਕਿਉਂਕਿ ਇਸ ਟਾਈਮ ਦੇ ਵਿੱਚ ਸਾਹਿਤਕਾਰਾਂ ਦੀਆਂ ਰਚਨਾਵਾਂ ਪੜ੍ਹ ਕੇ, ਸਾਇੰਸ ਦੀਆਂ ਨਵੀਆਂ ਖੋਜਾਂ ਕਰਕੇ ਲੋਕਾਂ ਵਿੱਚ ਤਰਕਸ਼ੀਲ ਦੀ ਭਾਵਨਾ ਜਿਹੜੀ ਸੀ ਉਹ ਆ ਚੁੱਕੀ ਸੀਗੀ। ਹੁਣ ਉਹਨਾਂ ਨੇ ਹਰੇਕ ਗੱਲ ਨੂੰ ਜਾਂ ਹਰੇਕ ਰੀਤੀ ਰਿਵਾਜ ਨੂੰ, ਜੇ ਹਰੇਕ ਪਰੰਪਰਾ ਨੂੰ ਬਿਲਕੁਲ ਉਸੇ ਤਰ੍ਹਾਂ ਸਵੀਕਾਰ ਕਰਨ ਤੋਂ ਇਨਕਾਰ ਕਰਤਾ, ਬਲਕਿ ਉਹਨਾਂ ਨੂੰ ਹੁਣ ਉਹਨਾਂ ਨੇ ਤਰਕ ਦੀ ਕਸਵੱਟੀ 'ਤੇ ਜਿਹੜਾ ਸੀ ਉਹ ਪਰਖਣਾ ਸ਼ੁਰੂ ਕਰ ਦਿੱਤਾ। ਸੋ ਜਿਸ ਕਰਕੇ ਲੋਕਾਂ ਨੂੰ ਚਰਚ ਦੀਆਂ ਬੁਰਾਈਆਂ ਬਾਰੇ ਅਤੇ ਜਿਹੜੀਆਂ ਉਹਨਾਂ ਨੇ ਫਾਲਤੂ ਦੀਆਂ ਰਸਮੋ ਰਿਵਾਜ ਚਲਾਏ ਹੋਏ ਸੀ ਉਹਨਾਂ ਬਾਰੇ ਗਿਆਨ ਹੋਣਾ ਸ਼ੁਰੂ ਹੋ ਗਿਆ। ਨੈਕਸਟ ਪੁਆਇੰਟ ਇਜ਼ ਧਰਮ ਸੁਧਾਰ ਅੰਦੋਲਨ ਨੂੰ ਉਤਸ਼ਾਹ। ਪੁਨਰ ਜਾਗਰਣ ਦੇ ਕਰਕੇ 16ਵੀਂ ਸਦੀ ਦੇ ਵਿੱਚ ਇੱਕ ਨਵਾਂ ਅੰਦੋਲਨ ਸ਼ੁਰੂ ਹੋਇਆ ਸੀ ਧਰਮ ਦੇ ਵਿੱਚ ਪਰਿਵਰਤਨ ਕਰਨ ਵਾਸਤੇ, ਜਿਸ ਨੂੰ ਧਰਮ ਸੁਧਾਰ ਅੰਦੋਲਨ ਦਾ ਨਾਮ ਦਿੱਤਾ ਗਿਆ। ਇਸ ਨੇ ਲੋਕਾਂ ਵਿੱਚ ਅੰਧ ਵਿਸ਼ਵਾਸਾਂ ਨੂੰ ਖਤਮ ਕਰਕੇ ਉਹਨਾਂ ਨੂੰ ਸ਼ੰਕਾਵਾਦੀ ਬਣਾ ਦਿੱਤਾ, ਮੀਨਜ਼ ਕਿ ਹਰੇਕ ਗੱਲ ਉੱਤੇ ਸ਼ੱਕ ਕਰਨ ਵਾਲੇ।
ਇਸ ਟਾਈਮ ਦੇ ਵਿਦਵਾਨ ਤੇ ਮਾਨਵਤਾਵਾਦੀ ਜਿਹੜੇ ਸੀਗੇ, ਉਹਨਾਂ ਨੇ ਚਰਚ ਵਿੱਚ ਜਿੰਨੀਆਂ ਵੀ ਬੁਰਾਈਆਂ ਪ੍ਰਚਲਿਤ ਸੀਗੀਆਂ ਉਹਨਾਂ ਦੀ ਬਹੁਤ ਜ਼ਿਆਦਾ ਨਿਖੇਧੀ ਕੀਤੀ, ਮੀਨਸ ਆਲੋਚਨਾ ਕੀਤੀ। ਔਰ ਉਹਨਾਂ ਨੇ ਈਸਾਈ ਧਰਮ ਦੇ ਵਿੱਚ ਕਈ ਜਿਹੜੇ ਪ੍ਰਚਲਿਤ ਨਿਯਮ ਸੀਗੇ, ਰੀਤੀ ਰਿਵਾਜ, ਉਹਨਾਂ ਨੂੰ ਗਲਤ ਦੱਸਿਆ। ਔਰ ਨਾਲ ਦੀ ਨਾਲ ਉਹਨਾਂ ਨੇ ਲੋਕਾਂ ਨੂੰ ਇਹ ਦੱਸਿਆ ਕਿ ਇਹ ਜਿਹੜੇ ਪੋਪ ਤੇ ਪਾਦਰੀ ਹਨ ਇਹ ਭ੍ਰਿਸ਼ਟਾਚਾਰੀ ਬਣ ਚੁੱਕੇ ਆ ਔਰ ਇਹ ਗਲਤ ਢੰਗ ਦੇ ਨਾਲ ਜੀਵਨ ਬਤੀਤ ਕਰਦੇ ਆ, ਆਮ ਲੋਕਾਂ ਨੂੰ ਸਧਾਰਨ ਜੀਵਨ ਬਤੀਤ ਕਰਨ ਲਈ ਕਹਿੰਦੇ ਆ। ਅਜਿਹੇ ਵਿਦਵਾਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਚਰਚ ਦੀ ਬੁਰਾਈ ਕੀਤੀ ਉਹਨਾਂ ਦੇ ਵਿੱਚ ਨਾਮ ਹਨ ਕੋਲੇਟ, ਇਰਾਸਮਸ ਤੇ ਮੂਰ, ਜਿਨ੍ਹਾਂ ਨੇ ਚਰਚ ਦੇ ਇਸ ਝੂਠੇ ਪਾਖੰਡ ਦਾ ਜਿਹੜਾ ਪਰਦਾ ਸੀ ਉਹ ਲੋਕਾਂ ਸਾਹਮਣੇ ਲੈ ਕੇ ਆਂਦਾ। ਦੂਸਰੇ ਕਈ ਯੂਰਪੀ ਦੇਸ਼ਾਂ ਦੇ ਵਿੱਚ ਵੀ ਲੋਕਾਂ ਦਾ ਪੋਪ ਅਤੇ ਉਸਦੇ ਸਮਰਥਕ ਪਾਦਰੀਆਂ ਉੱਤੇ ਈਸਾਈ ਧਰਮ ਦੇ ਸੱਚੇ ਰੱਖਿਅਕਾਂ ਵਜੋਂ ਵਿਸ਼ਵਾਸ ਬਿਲਕੁਲ ਹੀ ਉੱਠ ਗਿਆ। ਇਸ ਤਰ੍ਹਾਂ ਦੇ ਨਾਲ ਜਰਮਨੀ, ਇੰਗਲੈਂਡ ਤੇ ਸਵਿਟਜ਼ਰਲੈਂਡ ਦੇ ਵਿੱਚ ਧਰਮ ਵਿੱਚ ਸੁਧਾਰ ਕਰਨ ਵਾਸਤੇ ਨਵੇਂ ਅੰਦੋਲਨ ਦੀ ਸ਼ੁਰੂਆਤ ਹੋ ਗਈ, ਜਿਸ ਨੂੰ ਧਰਮ ਸੁਧਾਰ ਅੰਦੋਲਨ ਕਿਹਾ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਸੀ ਪੁਨਰ ਜਾਗਰਣ ਨੇ ਲੋਕਾਂ ਦੇ ਸਮਾਜਿਕ ਤੇ ਧਾਰਮਿਕ ਜੀਵਨ ਦੇ ਵਿੱਚ ਉਹਨਾਂ ਦੀ ਜਿਗਿਆਸਾ ਦੀ ਭਾਵਨਾ ਪੈਦਾ ਕਰਕੇ, ਮਾਨਵਵਾਦੀ ਭਾਵਨਾ ਨੂੰ ਜਗਾ ਕੇ, ਔਰਤਾਂ ਦੀ ਸਥਿਤੀ ਵਿੱਚ ਸੁਧਾਰ ਕਰਕੇ, ਆਚਾਰ ਵਿਵਹਾਰ ਤੇ ਸ਼ਿਸ਼ਟਾਚਾਰ ਦੇ ਨਿਯਮ ਪੈਦਾ ਕਰਕੇ, ਨੈਤਿਕਤਾ ਦਾ ਪਤਨ ਹੋਣ ਨਾਲ, ਚਰਚ ਦੀ ਮਹੱਤਤਾ ਘਟਣ ਨਾਲ ਤੇ ਧਰਮ ਸੁਧਾਰ ਅੰਦੋਲਨ ਨੂੰ ਉਤਸ਼ਾਹ ਦੇਣ ਦੇ ਨਾਲ, ਇਸ ਤਰ੍ਹਾਂ ਦੇ ਨਾਲ ਪੁਨਰ ਜਾਗਰਣ ਨੇ ਸਮਾਜਿਕ ਤੇ ਧਾਰਮਿਕ ਖੇਤਰ ਨੂੰ ਜਿਹੜਾ ਸੀ ਉਹ ਪ੍ਰਭਾਵਿਤ ਕੀਤਾ। ਹੁਣ ਅਸੀਂ ਕਰਦੇ ਹਾਂ ਪੁਨਰ ਜਾਗਰਣ ਨੇ ਸੰਸਕ੍ਰਿਤੀ ਦੇ ਖੇਤਰ ਵਿੱਚ ਕੀ ਪ੍ਰਭਾਵ ਪਾਇਆ। ਸੰਸਕ੍ਰਿਤੀ ਦੇ ਬਹੁਤ ਸਾਰੇ ਫੀਲਡਸ ਨੂੰ ਪੁਨਰ ਜਾਗਰਣ ਨੇ ਪ੍ਰਭਾਵਿਤ ਕੀਤਾ। ਸਭ ਤੋਂ ਪਹਿਲਾਂ ਅਸੀਂ ਸਾਹਿਤ ਬਾਰੇ ਪੜ੍ਹਾਂਗੇ। ਪੁਰਾਣੀਆਂ ਲਾਤੀਨੀ ਤੇ ਯੂਨਾਨੀ ਭਾਸ਼ਾਵਾਂ ਦੇ ਅਧਿਐਨ ਕਰਨ ਤੋਂ ਬਾਅਦ ਜਾਂ ਉਸ ਟਾਈਮ ਦੇ ਸਾਹਿਤ ਦਾ ਅਧਿਐਨ ਕਰਨ ਤੋਂ ਬਾਅਦ ਦੇਸੀ ਭਾਸ਼ਾਵਾਂ ਜਿਵੇਂ ਇਤਾਲਵੀ, ਫਰਾਂਸੀਸੀ, ਅੰਗਰੇਜ਼ੀ, ਸਪੈਨਿਸ਼, ਜਰਮਨ, ਡੱਚ ਭਾਸ਼ਾਵਾਂ ਦਾ ਵਿਕਾਸ ਹੋਇਆ ਔਰ ਇਹਨਾਂ ਭਾਸ਼ਾਵਾਂ ਦੇ ਵਿੱਚ ਸਾਹਿਤ ਰਚਣ ਦੀ ਸ਼ੁਰੂਆਤ ਜਿਹੜੀ ਸੀ ਉਹ ਹੋ ਚੁੱਕੀ ਸੀਗੀ। ਬਹੁਤ ਸਾਰੇ ਸਾਹਿਤਕਾਰ ਜਿਹੜੇ ਸੀ ਉਹਨਾਂ ਨੇ ਇਹਨਾਂ ਭਾਸ਼ਾਵਾਂ ਦੇ ਵਿੱਚ ਸਾਹਿਤ ਦੀ ਰਚਨਾ ਕੀਤੀ ਔਰ ਆਪਾਂ ਉਹਨਾਂ ਦੇ ਵਿੱਚੋਂ ਕੁਝ ਸਾਹਿਤਕਾਰਾਂ ਦੇ ਨਾਮ ਲਵਾਂਗੇ, ਜਿਵੇਂ ਦਾਂਤੇ, ਪੇਟਰਾਰਕ, ਬੋਕਾਸੀਓ, ਮੈਕਿਆਵਲੀ, ਰੈਬੇਲਾਈਸ, ਮਾਂਤੇਨ, ਚੌਸਰ, ਮੂਰ, ਸ਼ੇਕਸਪੀਅਰ ਤੇ ਇਰਾਸਮਸ ਤੇ ਲੂਥਰ। ਇਹ ਨਵੇਂ ਵਿਦਵਾਨ ਜਿਹੜੇ ਸੀ ਇਹਨਾਂ ਨੇ ਆਪਣੀਆਂ ਭਾਸ਼ਾਵਾਂ ਦੇ ਵਿੱਚ ਸਾਹਿਤ ਦੀ ਰਚਨਾ ਕੀਤੀ ਔਰ ਇਹਨਾਂ ਨੇ ਨਵੇਂ ਉਦਾਰ ਤੇ ਮਾਨਵਤਾਵਾਦੀ ਵਿਚਾਰ ਜਿਹੜੇ ਸੀ ਉਹ ਲੋਕਾਂ ਸਾਹਮਣੇ ਪੇਸ਼ ਕੀਤੇ। ਸੋ ਇਹਨਾਂ ਵਿਦਵਾਨਾਂ ਤੇ ਸਾਹਿਤਕਾਰਾਂ ਨੇ ਆਪਣੀ ਭਾਸ਼ਾ ਦੇ ਵਿੱਚ ਸਾਹਿਤ ਦੀ ਰਚਨਾ ਕਰਕੇ ਬਹੁਤ ਜ਼ਿਆਦਾ ਯੋਗਦਾਨ ਪਾਇਆ ਔਰ ਇਹਨਾਂ ਨੂੰ ਅੱਜ ਤੱਕ ਵੀ ਵਿਸ਼ਵ ਦੇ ਮਹਾਨ ਸਾਹਿਤਕਾਰਾਂ ਦੇ ਵਿੱਚ ਸਥਾਨ ਜਿਹੜਾ ਉਹ ਦਿੱਤਾ ਜਾਂਦਾ ਹੈ। ਸੈਕੰਡ ਪੁਆਇੰਟ ਹੈ ਆਧੁਨਿਕ ਸਿੱਖਿਆ ਦਾ ਵਿਕਾਸ। ਪੁਨਰ ਜਾਗਰਣ ਨੇ ਆਧੁਨਿਕ ਸਿੱਖਿਆ ਦੇ ਵਿਕਾਸ ਵਾਸਤੇ ਰਸਤਾ ਜਿਹੜਾ ਸੀ ਉਹ ਸਾਫ਼ ਕਰ ਦਿੱਤਾ ਸੀ। ਪਹਿਲਾਂ ਲੋਕਾਂ ਨੂੰ ਐਜੂਕੇਸ਼ਨ ਲੈਣ ਵਾਸਤੇ ਚਰਚ ਦੇ ਉੱਤੇ ਹੀ ਡਿਪੈਂਡ ਰਹਿਣਾ ਪੈਂਦਾ ਸੀ, ਲੇਕਿਨ ਹੁਣ ਐਜੂਕੇਸ਼ਨ ਜਿਹੜੀ ਸੀ ਉਹ ਚਰਚ ਦੀ ਫੀਲਡ ਵਿੱਚੋਂ ਨਿਕਲ ਗਈ ਔਰ ਆਧੁਨਿਕ ਸਿੱਖਿਆ ਦਾ ਵਿਕਾਸ ਹੋਇਆ। ਬਹੁਤ ਸਾਰੀਆਂ ਯੂਨੀਵਰਸਿਟੀਜ਼, ਬਹੁਤ ਸਾਰੇ ਕਾਲਜਿਸ, ਸਕੂਲ ਜਿਹੜੇ ਸੀ ਉਹ ਓਪਨ ਹੋਣੇ ਸ਼ੁਰੂ ਹੋ ਗਏ, ਜਿਨ੍ਹਾਂ ਵਿੱਚੋਂ ਕੁਝ ਯੂਨੀਵਰਸਿਟੀਜ਼ ਦੇ ਨੇਮ ਜਿਹੜੇ ਮੈਂ ਉਹ ਲਵਾਂਗੀ। ਇਹਨਾਂ ਵਿੱਚੋਂ ਕੁਝ ਯੂਨੀਵਰਸਿਟੀਆਂ ਜਿਵੇਂ ਨੀਦਰਲੈਂਡ ਦੇ ਵਿੱਚ ਲੋਬੇਨ, ਸਕਾਟਲੈਂਡ ਸੇਂਟ ਐਂਡਰਿਊਜ਼, ਸਵੀਡਨ ਦੇ ਵਿੱਚ ਉਪਸਾਲਾ, ਜਰਮਨੀ ਵਿੱਚ ਫਰਾਈਬਰਗ ਤੇ ਵਿਟਨਬਰਗ ਦੇ ਵਿੱਚ ਯੂਨੀਵਰਸਿਟੀਜ਼ ਜਿਹੜੀਆਂ ਸੀ ਉਹ ਖੁੱਲ੍ਹ ਚੁੱਕੀਆਂ ਸੀ, ਜਿਨ੍ਹਾਂ ਦੇ ਵਿੱਚ ਬੱਚਿਆਂ ਨੇ ਜਾ ਕੇ ਐਜੂਕੇਸ਼ਨ ਲੈਣੀ ਸਟਾਰਟ ਕਰ ਦਿੱਤੀ। ਉਸ ਟਾਈਮ ਦੇ ਵਿੱਚ ਛਾਪੇਖਾਨੇ ਦੀ ਸ਼ੁਰੂਆਤ ਵੀ ਹੋ ਚੁੱਕੀ ਸੀ ਔਰ ਛਾਪੇਖਾਨੇ ਦੀ ਸ਼ੁਰੂਆਤ ਹੋਣ ਦੇ ਨਾਲ ਕੀ ਹੋਇਆ ਕਿ ਬਹੁਤ ਸਾਰੀਆਂ ਬੁੱਕਸ ਜਿਹੜੀਆਂ ਸੀ ਉਹ ਪਬਲਿਸ਼ ਹੋਣੀਆਂ ਸ਼ੁਰੂ ਹੋ ਗਈਆਂ ਔਰ ਲੋਕਾਂ ਨੇ ਉਹਨਾਂ ਬੁੱਕਸ ਨੂੰ ਪੜ੍ਹਿਆ ਤੇ ਉਹਨਾਂ ਦੀ ਸੋਚ ਵਿੱਚ ਜਿਹੜਾ ਸੀ ਉਹ ਚੇਂਜ ਆਉਣਾ ਸ਼ੁਰੂ ਹੋ ਗਿਆ। ਆਮ ਜਨਤਾ ਦੇ ਤੱਕ ਵੀ ਉਹ ਬੁੱਕਸ ਜਿਹੜੀਆਂ ਸੀ ਉਹ ਪਹੁੰਚਣੀਆਂ ਸਟਾਰਟ ਹੋ ਗਈਆਂ। ਪੁਰਾਣੇ ਯੂਨਾਨੀ ਤੇ ਲਾਤੀਨੀ ਸਾਹਿਤ ਤੋਂ ਇਲਾਵਾ ਲੋਕਾਂ ਨੇ ਦੇਸੀ ਭਾਸ਼ਾਵਾਂ ਦਾ ਸਾਹਿਤ ਵੀ ਜਿਹੜਾ ਸੀ ਉਹ ਪੜ੍ਹਨਾ ਸ਼ੁਰੂ ਕਰ ਦਿੱਤਾ। ਨਵੇਂ ਸਬਜੈਕਟਸ ਜਿਹੜੇ ਸੀ ਉਹ ਹੋਰ ਵੀ ਆ ਗਏ, ਜਿਵੇਂ ਮੈਥਮੈਟਿਕਸ, ਭੂਗੋਲ ਔਰ ਵਿਗਿਆਨ, ਭੌਤਿਕ ਰਸਾਇਣ, ਰਾਜਨੀਤੀ ਸ਼ਾਸਤਰ, ਇਤਿਹਾਸ, ਚਿੱਤਰਕਾਰੀ ਤੇ ਸੰਗੀਤ। ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ, ਜਿੱਥੇ ਜਾ ਕੇ ਲੋਕਾਂ ਨੂੰ ਐਜੂਕੇਸ਼ਨ ਲੈਣਾ ਬਹੁਤ ਹੀ ਜ਼ਿਆਦਾ ਈਜ਼ੀ ਹੋ ਗਿਆ। ਸੋ ਇਸ ਤਰ੍ਹਾਂ ਦੇ ਨਾਲ ਆਧੁਨਿਕ ਸਿੱਖਿਆ ਦੀ ਸ਼ੁਰੂਆਤ ਜਿਹੜੀ ਸੀ ਉਹ ਹੋ ਚੁੱਕੀ ਸੀ।
ਪੁਨਰ ਜਾਗਰਣ ਦਾ ਸੰਸਕ੍ਰਿਤੀ ਦੇ ਖੇਤਰ ਵਿੱਚ ਤੀਸਰਾ ਪ੍ਰਭਾਵ ਇਹ ਪਿਆ ਕਿ ਇੱਕ ਨਵੇਂ ਸਬਜੈਕਟ ਦੀ ਸ਼ੁਰੂਆਤ ਹੋ ਗਈ, ਔਰ ਉਸ ਨਵੇਂ ਸਬਜੈਕਟ ਤੇ ਨਵੇਂ ਵਿਸ਼ੇ ਦਾ ਨਾਮ ਸੀ ਪੁਰਾਤੱਤਵ ਵਿਗਿਆਨ। ਤੇ ਇਹਦੇ ਨਾਲ ਨਾਲ ਇਤਿਹਾਸ ਲੇਖਣ ਕਲਾ ਦਾ ਵਿਕਾਸ ਜਿਹੜਾ ਸੀ ਉਹ ਵੀ ਹੋਣਾ ਸ਼ੁਰੂ ਹੋ ਗਿਆ। ਪੁਰਾਤੱਤਵ ਵਿਗਿਆਨ ਕੀ ਆ ਕਿ ਜਿਹੜੇ ਨਵੇਂ ਸਾਹਿਤਕਾਰ ਸੀ ਜਾਂ ਮੂਰਤੀਕਾਰ ਸੀ ਜਾਂ ਹੋਰ ਵਿਦਵਾਨ ਸਾਹਿਤਕਾਰ ਸੀਗੇ, ਉਹਨਾਂ ਦਾ ਧਿਆਨ ਜਿਹੜੀਆਂ ਪੁਰਾਣੀਆਂ ਇਮਾਰਤਾਂ ਸੀਗੀਆਂ ਰੋਮਨ ਸੱਭਿਅਤਾ ਦੀਆਂ ਅਤੇ ਯੂਨਾਨੀ ਸੱਭਿਅਤਾ ਦੀਆਂ, ਉਹਨਾਂ ਵੱਲ ਧਿਆਨ ਗਿਆ, ਜਿਸ ਕਰਕੇ ਉਹਨਾਂ ਨੇ ਉਸ ਟਾਈਮ ਦੀਆਂ ਜਿਹੜੀਆਂ ਪ੍ਰਾਚੀਨ ਇਮਾਰਤਾਂ ਸੀ, ਯਾਦਗਾਰਾਂ ਅਤੇ ਖੰਡਰ ਜਿਹੜੇ ਸੀ, ਉਹਨਾਂ ਦੀ ਸਟੱਡੀ ਕਰਨੀ ਸ਼ੁਰੂ ਕਰਤੀ। ਜਦੋਂ ਅਸੀਂ ਪੁਰਾਣੀਆਂ ਇਮਾਰਤਾਂ, ਯਾਦਗਾਰਾਂ ਜਾਂ ਖੰਡਰਾਂ ਦਾ ਅਧਿਐਨ ਕਰਦੇ ਹਾਂ ਤਾਂ ਉਸ ਸਬਜੈਕਟ ਨੂੰ ਇੱਕ ਨਾਮ ਦਿੱਤਾ ਗਿਆ, ਉਸ ਨੂੰ ਇੱਕ ਸਾਇੰਸ ਕਿਹਾ ਜਾਂਦਾ ਆ, ਔਰ ਉਸ ਨੂੰ ਆਰਕੀਓਲੋਜੀ ਸਾਇੰਸ ਕਿਹਾ ਜਾਂਦਾ ਜਾਂ ਫਿਰ ਪੁਰਾਤੱਤਵ ਵਿਗਿਆਨ ਦਾ ਨਾਮ ਦਿੱਤਾ ਗਿਆ। ਇਹਦੇ ਨਾਲ ਹੀ ਪਹਿਲਾਂ ਜਿਹੜੇ ਇਤਿਹਾਸਕਾਰ ਹੁੰਦੇ ਸੀ ਉਹ ਇਤਿਹਾਸਿਕ ਗੱਲਾਂ ਨੂੰ ਇਸ ਤਰ੍ਹਾਂ ਹੀ ਲਿਖ ਦਿੰਦੇ ਸੀ, ਉਹਨਾਂ ਗੱਲਾਂ ਦੀ ਛਾਣਬੀਣ ਨਹੀਂ ਸੀ ਕਰਦੇ। ਪਰ ਪੁਨਰ ਜਾਗਰਣ ਦਾ ਇਹ ਪ੍ਰਭਾਵ ਹੀ ਸੀਗਾ ਕਿ ਹੁਣ ਇਤਿਹਾਸਕਾਰਾਂ ਨੇ ਜਿੰਨੇ ਵੀ ਉਹਨਾਂ ਨੂੰ ਇਤਿਹਾਸਿਕ ਤੱਥ ਮਿਲਦੇ ਸੀ ਉਹਨਾਂ ਦੀ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ। ਸੋ ਇਸ ਤਰ੍ਹਾਂ ਦੇ ਨਾਲ ਇਤਿਹਾਸਿਕ ਲੇਖਣ ਕਲਾ ਦੇ ਵਿੱਚ ਵੀ ਜਿਹੜਾ ਸੀ ਉਹ ਵਿਕਾਸ ਹੋਣਾ ਸ਼ੁਰੂ ਹੋ ਗਿਆ। ਅਤੇ ਨਾਲ ਹੀ ਪੁਨਰ ਜਾਗਰਣ ਦਾ ਲਲਿਤ ਕਲਾਵਾਂ ਦੇ ਵਿਕਾਸ ਦੇ ਉੱਤੇ ਵੀ ਪ੍ਰਭਾਵ ਪਿਆ। ਸਭ ਤੋਂ ਪਹਿਲਾਂ ਚਿੱਤਰਕਲਾ ਜਿਹੜੀ ਸੀ ਉਹ ਪਹਿਲਾਂ ਪੁਰਾਣੀਆਂ ਧਾਰਮਿਕ ਜੰਜੀਰਾਂ ਦੇ ਵਿੱਚ ਜਕੜੀ ਹੋਈ ਸੀ। ਪਹਿਲਾਂ ਸਿਰਫ ਧਾਰਮਿਕ ਦੇਵੀ ਦੇਵਤਿਆਂ ਦੀਆਂ ਚਿੱਤਰਕਲਾ ਹੀ ਜਿਹੜੀ ਸੀ ਉਹ ਬਣਾਈ ਜਾਂਦੀ ਸੀ ਜਾਂ ਤਸਵੀਰਾਂ ਬਣਾਈਆਂ ਜਾਂਦੀਆਂ ਸੀ। ਲੇਕਿਨ ਇਸ ਟਾਈਮ ਦੇ ਜਿਹੜੇ ਨਵੇਂ ਚਿੱਤਰਕਾਰ ਸੀ, ਜਿਵੇਂ ਲਿਓਨਾਰਦੋ ਦਾ ਵਿੰਸੀ, ਐਂਜਲੋ, ਰਾਫੇਲ, ਤੀਤੀਅਨ, ਦੁਰੇਰ, ਹੋਲਬੇਨ, ਇਹਨਾਂ ਨੇ ਹੁਣ ਮਨੁੱਖੀ ਵਿਸ਼ਿਆਂ ਨਾਲ ਸੰਬੰਧਿਤ ਪੇਂਟਿੰਗ ਜਿਹੜੀਆਂ ਸੀ ਉਹ ਬਣਾਉਣੀਆਂ ਸ਼ੁਰੂ ਕਰਤੀਆਂ। ਇਸੇ ਤਰ੍ਹਾਂ ਹੀ ਮੂਰਤੀ ਕਲਾ ਦੇ ਵਿੱਚ ਵੀ ਚੇਂਜਿਸ ਆਏ। ਗਿਬਰਟੀ, ਦੇਨਾਤੇਲੋ, ਰੋਬੀਆ, ਐਂਜਲੋ, ਇਹਨਾਂ ਨੇ ਵੀ ਹੁਣ ਆਮ ਮਨੁੱਖੀ ਜੀਵਨ ਦੇ ਨਾਲ ਸੰਬੰਧਿਤ ਮੂਰਤੀਆਂ ਅਤੇ ਕੁਦਰਤ ਦੇ ਨਾਲ ਸੰਬੰਧਿਤ ਮੂਰਤੀਆਂ ਜਿਹੜੀਆਂ ਸੀ ਉਹ ਬਣਾਉਣੀਆਂ ਸ਼ੁਰੂ ਕੀਤੀਆਂ। ਜਿਹੜੀਆਂ ਉਸ ਟਾਈਮ ਦੀਆਂ ਮੂਰਤੀਆਂ ਬਹੁਤ ਜ਼ਿਆਦਾ ਫੇਮਸ ਆ, ਫਲੋਰੈਂਸ ਦੇ ਵਿੱਚ ਡੇਵਿਡ ਅਤੇ ਮੋਸਿਸ ਦੀਆਂ ਮੂਰਤੀਆਂ, ਵੈਨਿਸ ਦੇ ਵਿੱਚ ਸੇਂਟ ਜਾਰਜ ਅਤੇ ਸੇਂਟ ਮਾਰਕ ਦੀਆਂ ਮੂਰਤੀਆਂ ਬਹੁਤ ਫੇਮਸ ਹੈ। ਭਵਨੋਸਾਰੀ ਕਲਾ ਦੇ ਵਿੱਚ ਕਾਫੀ ਜ਼ਿਆਦਾ ਚੇਂਜ ਆ ਗਿਆ ਹੈ। ਨਵੇਂ ਤਰ੍ਹਾਂ ਦੇ ਚਰਚ ਜਿਹੜੇ ਸੀ ਬਣਨੇ ਸ਼ੁਰੂ ਹੋ ਗਏ, ਮਹਿਲ ਅਤੇ ਮਕਬਰੇ ਬਣਨ ਦੀ ਸ਼ੁਰੂਆਤ ਹੋਈ। ਰੋਮ ਦੇ ਵਿੱਚ ਉਸ ਟਾਈਮ ਦਾ ਬਣਿਆ ਹੋਇਆ ਸੇਂਟ ਪੀਟਰ ਦਾ ਚਰਚ ਜਿਹੜਾ ਬਹੁਤ ਹੀ ਜ਼ਿਆਦਾ ਫੇਮਸ ਆ। ਸੰਗੀਤ ਕਲਾ ਦੇ ਵਿੱਚ ਵੀ ਕਾਫੀ ਜ਼ਿਆਦਾ ਚੇਂਜਿਸ ਆ ਗਏ, ਕਿਉਂਕਿ ਇਸ ਤੋਂ ਪਹਿਲਾਂ ਸੰਗੀਤ ਅਤੇ ਮਿਊਜ਼ਿਕ ਦੇ ਉੱਤੇ ਜਿਹੜੀ ਸੀ ਉਹ ਚਰਚ ਨੇ ਰੋਕ ਲਗਾਈ ਹੋਈ ਸੀ। ਲੇਕਿਨ ਪੁਨਰ ਜਾਗਰਣ ਦੇ ਪ੍ਰਭਾਵ ਕਰਕੇ ਸੰਗੀਤ ਕਲਾ ਦੇ ਵਿੱਚ ਵੀ ਪਰਿਵਰਤਨ ਆ ਗਿਆ, ਨਵੀਆਂ ਧੁਨਾਂ ਦੀ ਸ਼ੁਰੂਆਤ ਹੋ ਗਈ ਔਰ ਨਵਾਂ ਮਿਊਜ਼ਿਕ ਬਣਨਾ ਸ਼ੁਰੂ ਹੋ ਗਿਆ। ਉਸ ਟਾਈਮ ਦੇ ਜਿਹੜੇ ਫੇਮਸ ਸੰਗੀਤਕਾਰ ਹੋਏ ਆ ਉਹਨਾਂ ਦੇ ਵਿੱਚੋਂ ਹੈ ਪਲੈਸਟਰਾਈਨਾ, ਜਾਰਜ ਫਰੈਡਰਿਕ ਹੈਂਡਲ, ਬੈਕ ਅਤੇ ਹੇਡਨ। ਇਸ ਤਰ੍ਹਾਂ ਦੇ ਨਾਲ ਸੰਗੀਤ ਕਲਾ ਦੇ ਵਿੱਚ ਉਸ ਟਾਈਮ ਦੇ ਇਹ ਮਹਾਨ ਸੰਗੀਤਕਾਰਾਂ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ। ਸੋ ਇਸ ਤਰ੍ਹਾਂ ਨਾਲ ਪੁਨਰ ਜਾਗਰਣ ਨੇ ਸੰਸਕ੍ਰਿਤੀ ਦੇ ਇਸ ਖੇਤਰ ਲਲਿਤ ਕਲਾਵਾਂ ਦੇ ਵਿਕਾਸ ਵਿੱਚ ਬਹੁਤ ਹੀ ਵੱਡਾ ਜਿਹੜਾ ਸੀ ਉਹ ਚੇਂਜ ਲੈ ਕੇ ਆਉਂਦਾ। ਸੰਸਕ੍ਰਿਤੀ ਦੇ ਖੇਤਰ ਵਿੱਚ ਹੀ ਵਿਗਿਆਨ ਦੇ ਫੀਲਡ ਵਿੱਚ ਬਹੁਤ ਸਾਰੀਆਂ ਨਵੀਆਂ ਖੋਜਾਂ ਹੋਣੀਆਂ ਸ਼ੁਰੂ ਹੋ ਗਈਆਂ। ਬਹੁਤ ਸਾਰੇ ਵਿਗਿਆਨੀ ਹੋਏ। ਖਗੋਲ ਵਿਗਿਆਨ ਦੇ ਵਿੱਚ ਆਪਾਂ ਦੇਖਦੇ ਹਾਂ, ਜਿਸ ਨੂੰ ਅਸੀਂ ਸਪੇਸ ਸਾਇੰਸ ਵੀ ਬੋਲਦੇ ਹਾਂ। 3 ਵਿਗਿਆਨੀ ਕੋਪਰਨਿਕਸ, ਕੇਪਲਰ ਅਤੇ ਗੈਲੀਲੀਓ, ਜਿਨ੍ਹਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਸੂਰਜ ਦੇ ਦੁਆਲੇ ਧਰਤੀ ਅਤੇ ਦੂਸਰੇ ਗ੍ਰਹਿ ਜਿਹੜੇ ਉਹ ਸਾਰੇ ਚੱਕਰ ਲਗਾਉਂਦੇ ਆ। ਸੋ ਇਸ ਤਰ੍ਹਾਂ ਦੇ ਨਾਲ ਇਹਨਾਂ ਨੇ ਇਸ ਗੱਲ ਦੀ ਜਿਹੜੀ ਸੀ ਉਹ ਖੋਜ ਕੀਤੀ। ਇਸੇ ਤਰ੍ਹਾਂ ਹੀ ਅਗਲੇ ਵਿਗਿਆਨੀ ਨਿਊਟਨ ਨੇ ਗ੍ਰੈਵਿਟੀ, ਜਿਸ ਨੂੰ ਆਪਾਂ ਗੁਰੂਤਵਾਕਰਸ਼ਣ ਕਹਿੰਦੇ ਹਾਂ, ਉਸ ਦੀ ਖੋਜ ਕੀਤੀ। ਗੈਲੀਲੀਓ ਨੇ ਲਟਕਣ ਸੰਬੰਧੀ ਨਿਯਮਾਂ ਦਾ ਪਤਾ ਲਗਾਇਆ। ਗਿਲਬਰਟ ਨੇ ਚੁੰਬਕੀ ਪਦਾਰਥਾਂ ਦੇ ਉੱਪਰ ਖੋਜ ਕੀਤੀ। ਪੈਰਾਸੇਲਸਸ ਅਤੇ ਕੋਲਡਸ ਦੋਨਾਂ ਹੀ ਵਿਗਿਆਨੀਆਂ ਨੇ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਖੋਜ ਕੀਤੀ। ਨਾਲ ਹੀ ਇਹਨਾਂ ਨੇ ਕਾਰਬਨ ਗੈਸ ਦੀ ਖੋਜ ਵੀ ਕੀਤੀ। ਔਰ ਇਸ ਤੋਂ ਇਲਾਵਾ ਅਲੱਗ-ਅਲੱਗ ਕੈਮੀਕਲਸ ਆ ਜਿਹੜੇ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਮੈਡੀਸਨ ਦੇ ਤੌਰ 'ਤੇ ਯੂਜ਼ ਕਰ ਸਕਦੇ ਹਾਂ ਅਤੇ ਸਾਡੀ ਬਾਡੀ ਦੇ ਵਿੱਚ ਕਿਹੜੀ ਪ੍ਰੋਬਲਮ ਆਉਂਦੀ ਹੈ ਅਤੇ ਉਹਦੇ ਲਈ ਸਾਨੂੰ ਕਿਹੜਾ ਕੈਮੀਕਲ ਐਜ਼ ਏ ਮੈਡੀਸਨ ਦੇ ਤੌਰ 'ਤੇ ਲੈਣਾ ਚਾਹੀਦਾ, ਇਸ ਗੱਲ ਦੀ ਖੋਜ ਜਿਹੜੀ ਸੀ ਇਹਨਾਂ 2 ਵਿਗਿਆਨੀਆਂ ਨੇ ਕੀਤੀ। ਚਿਕਿਤਸਾ ਵਿਗਿਆਨ ਜਾਂ ਫਿਰ ਮੈਡੀਕਲ ਸਾਇੰਸ ਦੇ ਖੇਤਰ ਵਿੱਚ ਦੂਸਰੇ 2 ਵਿਗਿਆਨੀਆਂ ਦਾ ਨਾਮ ਹੈ ਵੈਸੇਲੀਅਸ ਅਤੇ ਹਾਰਡੇ। ਇਹਨਾਂ ਨੇ ਚਿਕਿਤਸਾ ਵਿਗਿਆਨ ਦੇ ਖੇਤਰ ਵਿੱਚ ਯੋਗਦਾਨ ਪਾਇਆ। ਕਿਸ ਤਰ੍ਹਾਂ ਮਨੁੱਖ ਦੇ ਸਰੀਰ ਵਿੱਚ ਕਿਹੜੀਆਂ ਸਮੱਸਿਆਵਾਂ ਪੈਂਦੀਆਂ ਅਤੇ ਉਹਨਾਂ ਦਾ ਟਰੀਟਮੈਂਟ ਕਿਸ ਤਰ੍ਹਾਂ ਕਰਨਾ ਚਾਹੀਦਾ, ਇਹਦੇ ਵਿੱਚ ਇਹਨਾਂ ਦੋਨਾਂ ਵਿਗਿਆਨੀਆਂ ਦਾ ਬਹੁਤ ਵੱਡਾ ਯੋਗਦਾਨ ਆ। ਮੈਥਮੈਟਿਕਸ ਦੀ ਫੀਲਡ ਦੇ ਵਿੱਚ ਵੀ ਬਹੁਤ ਸਾਰੇ ਵਿਗਿਆਨੀ ਹੋਏ ਆ, ਜਿਵੇਂ ਫਿਰਾਏ, ਤਰਤਗਲੀਆ, ਸਟੇਬਿਨ ਅਤੇ ਡੇਸਾਰ ਗੋਇਸ। ਇਹਨਾਂ ਗਣਿਤਕਾਰਾਂ ਨੇ ਕਾਫੀ ਜ਼ਿਆਦਾ ਯੋਗਦਾਨ ਪਾਇਆ, ਜਿਹਦੇ ਨਾਲ ਸਾਇੰਸ ਦੀਆਂ ਅਲੱਗ-ਅਲੱਗ ਫੀਲਡਸ ਜਿਹੜੀਆਂ ਸੀ ਅਲੱਗ-ਅਲੱਗ ਸ਼ਾਖਾਵਾਂ ਬਣ ਗਈਆਂ।
ਇਹਨਾਂ ਸਾਰੀਆਂ ਖੋਜਾਂ ਤੋਂ ਇਲਾਵਾ ਛਾਪਾਖਾਨਾ, ਗੋਲਾ ਬਾਰੂਦ ਤੇ ਕੰਪਾਸ ਦੀ ਖੋਜ ਵੀ ਹੋ ਗਈ, ਜਿਹਨੇ ਮਨੁੱਖੀ ਜੀਵਨ ਦੇ ਵਿੱਚ ਬਹੁਤ ਵੱਡਾ ਜਿਹੜਾ ਸੀ ਉਹ ਪਰਿਵਰਤਨ ਲੈ ਆਂਦਾ। ਪੁਨਰ ਜਾਗਰਣ ਨੇ ਭੂਗੋਲਿਕ ਖੋਜਾਂ ਦੇ ਖੇਤਰ ਵਿੱਚ ਵੀ ਬਹੁਤ ਜ਼ਿਆਦਾ ਯੋਗਦਾਨ ਪਾਇਆ। ਕਈ ਮੁਲਕਾਂ ਦੇ ਸਾਹਸੀ ਨਾਵਿਕ ਹੋਏ ਆ ਜਿਨ੍ਹਾਂ ਨੇ ਸਮੁੰਦਰੀ ਰਸਤਿਆਂ ਰਾਹੀਂ ਵੱਖ-ਵੱਖ ਮੁਲਕਾਂ ਤੱਕ ਪਹੁੰਚਣ ਲਈ ਰਸਤਿਆਂ ਦੀ ਖੋਜ ਕੀਤੀ। ਜਿਨ੍ਹਾਂ ਵਿੱਚੋਂ ਫੇਮਸ ਜਿਹੜੇ ਨਾਵਿਕ ਹੋਏ ਆ ਜਿਨ੍ਹਾਂ ਨੇ ਸਮੁੰਦਰੀ ਰਸਤਿਆਂ ਦੇ ਰਾਹੀਂ ਸਮੁੰਦਰੀ ਜਹਾਜ਼ਾਂ ਦੇ ਉੱਪਰ ਜਾ ਕੇ ਅਲੱਗ-ਅਲੱਗ ਮੁਲਕਾਂ ਬਾਰੇ ਪਤਾ ਲਗਾਇਆ, ਉਹਨਾਂ ਵਿੱਚੋਂ ਕੋਲੰਬਸ, ਵਾਸਕੋ ਡੀ ਗਾਮਾ, ਮੈਗੇਲਨ, ਕੈਬਟ, ਲੈਬਰਾਡੋਰ ਇਹ ਸਾਹਸੀ ਨਾਵਿਕ ਹੋਏ ਆ ਜਿਨ੍ਹਾਂ ਨੇ ਅਲੱਗ-ਅਲੱਗ ਮੁਲਕਾਂ ਦੀ ਖੋਜ ਕੀਤੀ। ਕੋਲੰਬਸ ਜਿਨ੍ਹਾਂ ਨੇ ਅਮਰੀਕਾ ਦੀ ਖੋਜ ਕੀਤੀ ਸੀ, ਵਾਸਕੋ ਡੀ ਗਾਮਾ ਜਿਹੜੇ ਕਿ ਭਾਰਤ ਪਹੁੰਚੇ ਸੀ। ਕੋਲੰਬਸ ਵੈਸੇ ਭਾਰਤ ਨੂੰ ਲੱਭਣ ਲਈ ਤੁਰੇ ਸੀ ਲੇਕਿਨ ਇਹ ਅਮਰੀਕਾ ਪਹੁੰਚ ਗਏ। ਸੋ ਇਹਨਾਂ ਸਾਹਸੀ ਨਾਵਿਕਾਂ ਨੇ ਅਮਰੀਕਾ, ਭਾਰਤ, ਕੈਨੇਡਾ, ਅਫਰੀਕਾ ਅਤੇ ਚੀਨ ਆਦਿ ਮੁਲਕਾਂ ਦੇ ਵਿੱਚ ਸਮੁੰਦਰੀ ਰਸਤਿਆਂ ਰਾਹੀਂ ਪਹੁੰਚਣ ਵਾਸਤੇ ਨਵੇਂ ਰਸਤਿਆਂ ਦੀ ਪਤਾ ਲਗਾਇਆ, ਨਵੇਂ ਰਸਤਿਆਂ ਦੀ ਖੋਜ ਕੀਤੀ, ਜਿਹਦੇ ਨਾਲ ਕੀ ਹੋਇਆ ਕਿ ਯੂਰਪੀ ਲੋਕਾਂ ਦੀ ਜਾਣਕਾਰੀ ਵਿੱਚ ਵਾਧਾ ਹੋਇਆ ਕਿ ਕਿਹੜੇ ਮੁਲਕ ਨੂੰ ਸਮੁੰਦਰੀ ਰਸਤੇ ਰਾਹੀਂ ਕਿਸ ਤਰ੍ਹਾਂ ਦੇ ਨਾਲ ਪਹੁੰਚਿਆ ਜਾਵੇ। ਇਹਦੇ ਨਾਲ ਹੁਣ ਉਹਨਾਂ ਨੂੰ ਆਪਣੇ ਵਪਾਰ ਨੂੰ ਵਧਾਉਣ ਦੇ ਵਿੱਚ ਵੀ ਬਹੁਤ ਜ਼ਿਆਦਾ ਹੈਲਪ ਜਿਹੜੀ ਸੀ ਉਹ ਮਿਲ ਗਈ। ਇਹਦੇ ਨਾਲ ਹੀ ਵੱਡੇ ਵੱਡੇ ਜਿਹੜੇ ਯੂਰਪੀ ਮੁਲਕ ਸੀ ਉਹਨਾਂ ਨੂੰ ਦੂਸਰੇ ਛੋਟੇ ਮੁਲਕਾਂ ਦੇ ਵਿੱਚ ਆਪਣੀਆਂ ਬਸਤੀਆਂ ਜਾਂ ਆਪਣਾ ਉਪਨਿਵੇਸ਼ਵਾਦ ਸ਼ੁਰੂ ਕਰਨ ਦਾ ਮੌਕਾ ਵੀ ਜਿਹੜਾ ਸੀ ਉਹ ਪ੍ਰਾਪਤ ਹੋ ਗਿਆ। ਇਸ ਤਰ੍ਹਾਂ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਪੁਨਰ ਜਾਗਰਣ ਨੇ ਸੰਸਕ੍ਰਿਤੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ, ਚਾਹੇ ਉਹ ਸਾਹਿਤ ਹੋਵੇ, ਚਾਹੇ ਉਹ ਐਜੂਕੇਸ਼ਨ ਹੋਵੇ, ਜਾਂ ਫਿਰ ਪੁਰਾਤਤਵ ਵਿਗਿਆਨ, ਇਤਿਹਾਸ ਲਿਖਣ ਦੀ ਕਲਾ, ਸਾਇੰਸ ਦੀ ਫੀਲਡ ਹੋਵੇ, ਜਾਂ ਫਿਰ ਲਲਿਤ ਕਲਾਵਾਂ ਹੋਣ, ਜਾਂ ਫਿਰ ਭੂਗੋਲਿਕ ਖੋਜਾਂ ਹੋਣ। ਇਸ ਤਰ੍ਹਾਂ ਪੁਨਰ ਜਾਗਰਣ ਨੇ ਸੰਸਕ੍ਰਿਤੀ ਦੇ ਹਰੇਕ ਖੇਤਰ ਨੂੰ ਜਿਹੜਾ ਸੀ ਬਹੁਤ ਹੀ ਜ਼ਿਆਦਾ ਪ੍ਰਭਾਵਿਤ। ਪੁਨਰ ਜਾਗਰਣ ਨੇ ਆਰਥਿਕ ਖੇਤਰ ਨੂੰ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਆਰਥਿਕ ਖੇਤਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਲੋਕਾਂ ਦਾ ਹੁਣ ਧਨ ਕਮਾਉਣ ਦਾ ਨਜ਼ਰੀਆ ਜਿਹੜਾ ਸੀ ਉਹ ਚੇਂਜ ਹੋ ਗਿਆ। ਪਹਿਲਾਂ ਧਰਮ ਜਿਹੜਾ ਸੀ ਉਹ ਵਿਅਕਤੀਆਂ ਨੂੰ ਸਿਖਾਉਂਦਾ ਸੀਗਾ ਕਿ ਜ਼ਿਆਦਾ ਪੈਸਾ ਇਕੱਠਾ ਨਹੀਂ ਕਰਨਾ, ਜਾਂ ਫਿਰ ਜਿੰਨੀ ਚਾਦਰ ਹੈ ਉਨੇ ਪੈਰ ਪਸਾਰੋ। ਲੇਕਿਨ ਹੁਣ ਨਵੇਂ ਦ੍ਰਿਸ਼ਟੀਕੋਣ ਆਉਣ ਦੇ ਨਾਲ, ਨਵੇਂ ਵਿਚਾਰ ਆਉਣ ਦੇ ਨਾਲ ਲੋਕਾਂ ਦਾ ਸੋਚਣ ਦਾ ਨਜ਼ਰੀਆ ਜਿਹੜਾ ਸੀ ਉਹ ਚੇਂਜ ਹੋ ਚੁੱਕਾ ਸੀ। ਇਸ ਕਰਕੇ ਹੁਣ ਉਹਨਾਂ ਨੇ ਆਪਣੇ ਵਰਤਮਾਨ ਜੀਵਨ ਨੂੰ ਸੁਖੀ ਬਣਾਉਣ ਵਾਸਤੇ ਵਪਾਰ ਦੇ ਵਿਕਾਸ ਵੱਲ ਜ਼ਿਆਦਾ ਧਿਆਨ ਦੇਣਾ ਜਿਹੜਾ ਸੀ ਉਹ ਸ਼ੁਰੂ ਕਰ ਦਿੱਤਾ। ਲੋਕਾਂ ਵਿੱਚ ਧਨ ਦੌਲਤ ਇਕੱਠੀ ਕਰਨ ਦੀ ਰੁਚੀ ਜਿਹੜੀ ਸੀ ਉਹ ਜ਼ਿਆਦਾ ਵੱਧ ਗਈ, ਜਿਸ ਦੇ ਸਿੱਟੇ ਵਜੋਂ ਵਪਾਰ ਅਤੇ ਵਣਜ ਦਾ ਵਿਕਾਸ ਜਿਹੜਾ ਸੀ ਉਹ ਸੰਭਵ ਹੋਇਆ। ਦੂਸਰੇ ਨੰਬਰ ਦੇ ਉੱਤੇ ਹੋਰ ਜ਼ਿਆਦਾ ਪੈਸਾ ਕਮਾਉਣ ਵਾਸਤੇ ਜਿਨ੍ਹਾਂ ਲੋਕਾਂ ਦੇ ਕੋਲ ਪਹਿਲਾਂ ਹੀ ਪੈਸਾ ਸੀ ਉਹਨਾਂ ਨੇ ਵੱਡੇ ਵੱਡੇ ਉਦਯੋਗਾਂ ਦੀ ਸਥਾਪਨਾ ਵੱਲ ਆਪਣਾ ਧਿਆਨ ਲਗਾਇਆ, ਔਰ ਇਹਦੇ ਨਾਲ ਹੀ ਇੱਕ ਨਵੇਂ ਵਿਚਾਰਧਾਰਾ ਦਾ ਜਨਮ ਹੋਇਆ ਜਿਸ ਨੂੰ ਆਪਾਂ ਪੂੰਜੀਵਾਦ ਬੋਲਦੇ ਹਾਂ। ਪੂੰਜੀਵਾਦ ਉਹ ਹੁੰਦਾ ਜਿਹਦੇ ਵਿੱਚ ਕਿ ਥੋੜ੍ਹੇ ਜਿਹੇ ਲੋਕਾਂ ਦੇ ਕੋਲ ਪੈਸਾ ਇਕੱਠਾ ਹੋ ਜਾਂਦਾ ਅਤੇ ਗਰੀਬ ਲੋਕਾਂ ਦੇ ਕੋਲੋਂ ਵੱਡੀ ਵੱਡੀ ਇੰਡਸਟਰੀਜ਼ ਦੇ ਵਿੱਚ ਕੰਮ ਕਰਵਾਇਆ ਜਾਂਦਾ ਅਤੇ ਉਹਨਾਂ ਨੂੰ ਕੋਈ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ। ਘੱਟ ਪੈਸਿਆਂ ਦੇ ਉੱਤੇ ਉਹਨਾਂ ਕੋਲ ਕੰਮ ਕਰਵਾ ਕੇ ਉਹਨਾਂ ਦਾ ਐਕਸਪਲੋਇਟੇਸ਼ਨ ਕੀਤੀ ਜਾਂਦੀ ਆ, ਉਸ ਨੂੰ ਪੂੰਜੀਵਾਦ ਕਿਹਾ ਜਾਂਦਾ। ਸੋ ਪੂੰਜੀਵਾਦ ਦੀ ਸ਼ੁਰੂਆਤ ਵੀ ਹੋ ਚੁੱਕੀ ਸੀ। ਇਹਦੇ ਨਾਲ ਹੀ ਉਪਨਿਵੇਸ਼ਵਾਦ ਨੂੰ ਵੀ ਉਤਸ਼ਾਹ ਮਿਲਿਆ। ਵੱਡੇ ਵੱਡੇ ਯੂਰਪੀ ਮੁਲਕਾਂ ਨੇ ਆਪਣੇ ਵਪਾਰ ਵਿੱਚ ਹੋਰ ਜ਼ਿਆਦਾ ਵਾਧਾ ਕਰਨ ਵਾਸਤੇ, ਵੱਡੇ ਵੱਡੇ ਲੈਵਲ ਦੇ ਉੱਤੇ ਪਹੁੰਚਣ ਵਾਸਤੇ, ਵਪਾਰ ਨੂੰ ਹੋਰ ਜ਼ਿਆਦਾ ਤਰੱਕੀ 'ਤੇ ਲੈ ਕੇ ਜਾਣ ਵਾਸਤੇ ਜਿਹੜੇ ਗਰੀਬ ਮੁਲਕ ਸੀ ਜਾਂ ਉਹਨਾਂ ਤੋਂ ਦੂਰ ਸੀ, ਆਪਣੇ ਨਾਵਿਕਾਂ ਨੂੰ ਉਤਸ਼ਾਹਿਤ ਕੀਤਾ ਕਿ ਸਮੁੰਦਰੀ ਮਾਰਗਾਂ ਰਾਹੀਂ ਛੋਟੇ ਮੁਲਕਾਂ ਦਾ ਪਤਾ ਲਗਾਇਆ ਜਾਵੇ ਅਤੇ ਉੱਥੇ ਆਪਣੇ ਮਾਰਕੀਟ ਦਾ ਫੈਲਾਅ ਕੀਤਾ ਜਾਵੇ। ਉਹਨਾਂ ਇਲਾਕਿਆਂ ਉੱਤੇ ਕਬਜ਼ਾ ਕਰਕੇ ਆਪਣੇ ਮੁਲਕ ਵਿੱਚ ਸਮਾਨ ਬਣਾ ਕੇ ਛੋਟੇ ਮੁਲਕਾਂ ਦੇ ਵਿੱਚ ਵੇਚਿਆ ਜਾਵੇ ਲਿਜਾ ਕੇ। ਸੋ ਇਸ ਤਰ੍ਹਾਂ ਦੇ ਨਾਲ ਪੁਨਰ ਜਾਗਰਣ ਨੇ ਆਰਥਿਕ ਖੇਤਰ ਨੂੰ ਵੀ ਪ੍ਰਭਾਵਿਤ ਕੀਤਾ। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਰਾਜਨੀਤਿਕ ਖੇਤਰ ਵੱਲ। ਰਾਜਨੀਤਿਕ ਖੇਤਰ ਦੇ ਵਿੱਚ ਪਹਿਲਾ ਜਿਹੜਾ ਪ੍ਰਭਾਵ ਪਿਆ ਉਹ ਹੈ ਕਿ ਵੱਡੇ ਵੱਡੇ ਜਿਹੜੇ ਸਮਰਾਟ ਸੀ ਉਹਨਾਂ ਦਾ ਧਿਆਨ ਗਿਆ ਕਿ ਪੁਰਾਣੇ ਜਿਹੜੇ ਰੋਮਨ ਸਾਮਰਾਜ ਦੇ ਸਮਰਾਟ ਹੁੰਦੇ ਸੀ ਜਾਂ ਰਾਜੇ ਹੁੰਦੇ ਸੀ ਉਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹੁੰਦੇ ਸੀ। ਉਹਨਾਂ ਕੋਲ ਵੱਡੀਆਂ ਵੱਡੀਆਂ ਸੈਨਾਵਾਂ ਹੁੰਦੀਆਂ ਸੀ ਔਰ ਸਾਰੇ ਲੋਕ ਉਹਨਾਂ ਦੀ ਆਗਿਆ ਦਾ ਪਾਲਣ ਕਰਦੇ ਸੀ। ਇਸ ਕਰਕੇ ਹੁਣ ਇਸ ਟਾਈਮ ਦੇ ਜਿਹੜੇ ਰਾਜੇ ਸੀ ਉਹਨਾਂ ਨੇ ਵੀ ਆਪਣੇ ਮੁਲਕਾਂ ਨੂੰ ਜਾਂ ਆਪਣੇ ਰਾਜ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਸੀ ਉਹਨਾਂ ਨੇ ਆਪਣੀ ਪਾਵਰ ਵਧਾਉਣ ਦੀ ਪੂਰੀ ਕੋਸ਼ਿਸ਼ ਕੀਤੀ ਔਰ ਪੂਰਾ ਕੰਟਰੋਲ ਜਿਹੜਾ ਸੀ ਉਹ ਸ਼ਾਸਨ ਉੱਤੇ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਦੇ ਵਿੱਚ ਵਿਚਾਰ ਫੈਲਾਉਣਾ ਸ਼ੁਰੂ ਕਰ ਦਿੱਤਾ ਕਿ ਰਾਜਾ ਹੀ ਜਿਹੜਾ ਹੁੰਦਾ ਉਹ ਸਾਰਾ ਕੁਝ ਹੁੰਦਾ। ਸੋ ਰਾਜੇ ਦੀ ਆਗਿਆ ਜਿਹੜੀ ਉਹ ਸਾਰੇ ਲੋਕਾਂ ਨੂੰ ਮੰਨਣ ਲਈ ਮਜਬੂਰ ਕੀਤਾ। ਸਮਰਾਟ ਦੀ ਸ਼ਾਨੋ ਸ਼ੌਕਤ ਵੱਲ ਜਿਹੜਾ ਸੀ ਉਹ ਧਿਆਨ ਦਿੱਤਾ ਗਿਆ ਔਰ ਇਸ ਟਾਈਮ ਦੇ ਰਾਜਿਆਂ ਨੇ
ਸਾਰੇ ਹੀ ਨੈਤਿਕ ਸਿਧਾਂਤਾਂ ਦੀ ਉਲੰਘਣਾ ਕਰਨੀ ਸ਼ੁਰੂ ਕਰਤੀ, ਕਿਉਂਕਿ ਵੈਸੇ ਵੀ ਇਸ ਟਾਈਮ ਦੇ ਵਿਦਵਾਨ ਮੈਕਿਆਵਲੀ ਨੇ ਆਪਣੀ ਪੁਸਤਕ ਦੇ ਵਿੱਚ ਲਿਖਿਆ ਸੀ ਕਿ ਰਾਜੇ ਜਿਹੜੇ ਆ ਉਹਨਾਂ ਨੂੰ ਨਿਰੰਕੁਸ਼ ਰਾਜ ਦੀ ਸਥਾਪਨਾ ਕਰਨੀ ਚਾਹੀਦੀ ਆ। ਇਸ ਕਰਕੇ ਇਹਨਾਂ ਸਮਰਾਟਾਂ ਨੇ ਨਿਰੰਕੁਸ਼ ਰਾਜਾਂ ਦੀ ਸਥਾਪਨਾ ਕਰਨੀ ਸ਼ੁਰੂ ਕਰਤੀ। ਸੈਕਿੰਡ ਪੁਆਇੰਟ ਹੈ ਸਾਮੰਤਵਾਦ ਨੂੰ ਧੱਕਾ, ਕਿਉਂਕਿ ਹੁਣ ਗੋਲਾ ਬਾਰੂਦ ਦੀ ਖੋਜ ਹੋ ਚੁੱਕੀ ਸੀ। ਇਸ ਕਰਕੇ ਸਮਰਾਟਾਂ ਨੇ ਇਸ ਗੋਲਾ ਬਾਰੂਦ ਦੀ ਮਦਦ ਦੇ ਨਾਲ ਜਿਹੜੇ ਸਾਮੰਤ ਉਹਨਾਂ ਦੇ ਅੰਡਰ ਸੀਗੇ ਉਹਨਾਂ ਨੂੰ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ। ਧੱਕੇਸ਼ਾਹੀ ਦੇ ਨਾਲ ਹੀ ਯੁੱਧ ਕਲਾ ਦੇ ਵਿੱਚ ਵੀ ਕਾਫੀ ਜ਼ਿਆਦਾ ਪਰਿਵਰਤਨ ਆ ਗਏ। ਮੱਧਕਾਲ ਦੇ ਵਿੱਚ ਪੁਰਾਣੇ ਨੇਜਿਆਂ ਦੇ ਨਾਲ, ਤਲਵਾਰਾਂ ਦੇ ਨਾਲ ਲੜਾਈਆਂ ਲੜੀਆਂ ਜਾਂਦੀਆਂ ਸੀ, ਲੇਕਿਨ ਹੁਣ ਨਵੇਂ ਸਿਸਟਮ ਦੇ ਨਾਲ ਗੋਲਾ ਬਾਰੂਦ ਖੁਦ ਦੀ ਖੋਜ ਹੋਣ ਦੇ ਨਾਲ ਤੋਪੇਖਾਨੇ ਦੀ ਸ਼ੁਰੂਆਤ ਹੋ ਚੁੱਕੀ ਸੀ। ਇਸ ਤਰ੍ਹਾਂ ਦੇ ਨਾਲ ਤੋਪਖਾਨਾ ਜਿਹੜਾ ਸੀ ਉਹ ਉਹਨਾਂ ਦੀ ਸੈਨਾ ਦਾ ਇੱਕ ਇੰਪੋਰਟੈਂਟ ਅੰਗ ਵੀ ਬਣ ਗਿਆ ਸੀਗਾ। ਇਸ ਨਾਲ ਜਿਹੜੇ ਸਮਰਾਟ ਸੀ ਉਹਨਾਂ ਨੂੰ ਦੂਸਰੇ ਮੁਲਕਾਂ ਦੇ ਉੱਤੇ ਕਬਜ਼ਾ ਕਰਨ ਦੇ ਵਿੱਚ ਬਹੁਤ ਹੀ ਸੌਖ ਰਹਿੰਦੀ ਸੀਗੀ ਔਰ ਬੜੀ ਆਸਾਨੀ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਸੀ ਆਪਣੇ ਵੱਡੀ ਸੈਨਾ ਬਣਾ ਕੇ ਉਹ ਦੂਸਰੇ ਮੁਲਕਾਂ ਦੇ ਉੱਤੇ ਕਬਜ਼ਾ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਸੋ ਇਸ ਤਰ੍ਹਾਂ ਨਾਲ ਆਪਾਂ ਦੇਖਦੇ ਹਾਂ ਕਿ ਪੁਨਰ ਜਾਗਰਣ ਨੇ ਲਗਭਗ ਮਨੁੱਖੀ ਜੀਵਨ ਦੇ ਹਰੇਕ ਖੇਤਰ ਨੂੰ ਪ੍ਰਭਾਵਿਤ ਕੀਤਾ, ਚਾਹੇ ਉਹ ਸਮਾਜਿਕ ਖੇਤਰ ਹੋਵੇ, ਧਾਰਮਿਕ, ਸੰਸਕ੍ਰਿਤਿਕ, ਆਰਥਿਕ, ਰਾਜਨੀਤਿਕ। ਸੋ ਹਰ ਖੇਤਰ ਨੂੰ ਉਸਨੇ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਕੀਤਾ ਪੁਨਰ ਜਾਗਰਣ ਨੇ। ਔਰ ਇਹਦੇ ਨਾਲ ਹੀ ਮਾਨਵਵਾਦ, ਤਰਕਸ਼ੀਲਤਾ, ਵਿਗਿਆਨ, ਵਿਅਕਤੀਵਾਦ ਅਤੇ ਭੌਤਿਕਵਾਦ ਇਹਨਾਂ ਦੇ ਉੱਤੇ ਆਧਾਰਿਤ ਨਵੀਆਂ ਸੰਸਥਾਵਾਂ ਦੀ ਸਥਾਪਨਾ ਜਿਹੜੀ ਸੀ ਉਹ ਹੋਣੀ ਸ਼ੁਰੂ ਹੋ ਗਈ ਸੀ। ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਪੁਨਰ ਜਾਗਰਣ ਨੇ ਮਨੁੱਖੀ ਜੀਵਨ ਦੇ ਹਰੇਕ ਖੇਤਰ ਨੂੰ ਪ੍ਰਭਾਵਿਤ ਕੀਤਾ। ਵੈਸੇ ਇਤਿਹਾਸਕਾਰਾਂ ਨੇ ਇਸ ਪੁਨਰ ਜਾਗਰਣ ਦੀ ਇੰਪੋਰਟੈਂਸ ਨੂੰ ਬਹੁਤ ਹੀ ਜ਼ਿਆਦਾ ਵਧਾ ਚੜ੍ਹਾ ਕੇ ਦੱਸਿਆ, ਕਿਉਂਕਿ ਯੂਰਪੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਵਿੱਚ ਕੋਈ ਵੀ ਚੇਂਜ ਜਿਹੜਾ ਆਇਆ ਸੀ ਜਾਂ ਕੋਈ ਵੀ ਪਰਿਵਰਤਨ ਆਇਆ ਸੀ ਉਹ ਇੱਕਦਮ ਨਹੀਂ ਸੀ ਆਇਆ, ਕਿਉਂਕਿ ਸਧਾਰਨ ਲੋਕਾਂ ਦਾ ਜੀਵਨ ਜਿਹੜਾ ਸੀ ਉਹ ਕਾਫੀ ਲੰਬੇ ਟਾਈਮ ਤੱਕ ਪੁਰਾਣੇ ਤੌਰ ਤਰੀਕਿਆਂ ਦੇ ਨਾਲ ਹੀ ਚੱਲਦਾ ਰਿਹਾ। ਅਤੇ ਪੁਨਰ ਜਾਗਰਣ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਵਿੱਚ ਜੋ ਵੀ ਪਰਿਵਰਤਨ ਆਇਆ ਉਹ ਬਹੁਤ ਘੱਟ ਲੋਕਾਂ ਵਿੱਚ ਆਇਆ ਸੀ। ਉੱਚ ਵਰਗ ਅਤੇ ਮੱਧ ਵਰਗ ਤੱਕ ਹੀ ਇਹ ਪਰਿਵਰਤਨ ਜਿਹੜਾ ਸੀ ਉਹ ਸੀਮਿਤ ਰਿਹਾ, ਲੇਕਿਨ ਜਿਹੜੇ ਆਮ ਲੋਕ ਸੀਗੇ ਉਹਨਾਂ ਦੇ ਵਿੱਚ ਇਹ ਪਰਿਵਰਤਨ ਬਹੁਤ ਹੌਲੀ ਹੌਲੀ ਆਏ। ਲੇਕਿਨ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਪੁਨਰ ਜਾਗਰਣ ਇੱਕ ਬਹੁਤ ਹੀ ਇੰਪੋਰਟੈਂਟ ਅੰਦੋਲਨ ਸੀ, ਜਿਸ ਨੇ ਸਮਾਂ ਪਾ ਕੇ ਯੂਰਪੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਉੱਤੇ ਕਾਫੀ ਜ਼ਿਆਦਾ ਡੂੰਘਾ ਪ੍ਰਭਾਵ ਪਾਇਆ ਅਤੇ ਆਧੁਨਿਕ ਯੁੱਗ ਦੇ ਆਗਮਨ ਵਾਸਤੇ ਰਸਤਾ ਜਿਹੜਾ ਸੀ ਉਹ ਸਾਫ਼ ਕੀਤਾ। ਸੋ ਨੈਕਸਟ ਵੀਡੀਓ ਦੇ ਵਿੱਚ ਆਪਾਂ ਨੈਕਸਟ ਟੌਪਿਕ ਕਰਾਂਗੇ। ਥੈਂਕ ਯੂ।